ਜਾਣ ਤੋਂ ਪਹਿਲਾਂ ਮੈਨੂੰ ਆ ਕਹਿ ਕੇ ਗਿਆ ਸੀ ਮੇਰੇ ਨਾਲ 3 ਸਾਲ ਤੋਂ ਰਿਲੇਸ਼ਨਸ਼ਿਪ 'ਚ ਹੈਗਾ, ਉਹਦੇ ਨਾਲ ਪਿਆਰ ਕਰਦਾ ਤੇ ਉਹਦੇ ਨਾਲ ਹੀ ਰਹਿਣਾ ਚਾਹੁੰਦਾ, ਤੂੰ ਮੈਨੂੰ ਡਿਵੋਰਸ ਦੇ ਦੇ। ਉਹਨੇ ਮਾਰ ਕੁੱਟ ਕੇ ਮੈਨੂੰ ਭੇਜਿਆ ਸੀ, ਕਹਿੰਦੇ ਮੈਂ ਰੱਖਣੀ ਨਹੀਂ, ਤੂੰ ਘਰੇ ਜਾ। ਮੈਨੂੰ ਦਹੇਜ ਦੀ ਮੰਗ ਕਰਦੇ ਸੀ ਕਿ ਤੂੰ ਮੈਨੂੰ ਦਹੇਜ ਲੈ ਕੇ ਆ ਤਾਂ ਮੈਂ ਰੱਖੂੰਗਾ, ਨਹੀਂ ਤਾਂ ਨਹੀਂ ਰੱਖਣੀ। 1 ਸਾਲ ਤੋਂ ਤੁਹਾਨੂੰ ਕੁੱਟਮਾਰ ਕਰ ਰਿਹਾ ਵਾ ਉਹ, ਠੀਕ ਹੈ। ਤੁਸੀਂ ਇਸ ਚੀਜ਼ ਦੀ ਕਦੀ ਕਿਸੇ ਨੂੰ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ ਹੈਗੀ ਵੀ ਮੇਰੇ ਕੋਲ ਦਹੇਜ ਮੰਗ ਰਿਹਾ ਵਾ, ਵੀ ਮੈਨੂੰ 1 ਸਾਲ ਤੋਂ ਪਰੇਸ਼ਾਨ ਕਰ ਰਿਹਾ ਵਾ? ਵੂਮਨ ਸੈਲ 'ਚ ਕੀਤਾ ਸੀ ਕੇਸ ਤੇ ਬਾਕੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। कुरी आई, कुरी के बच्ची आई और लड़का भी आमना सामना हुआ, पर लड़का को इतना भी शर्म नहीं आया कि अपने बच्चे को तरह देख सके, अपनी कुरी से दो सब बात कर सके। उन्होंने अपने बच्चे की तरफ देखा तक नहीं। उससे क्या लगता है कि वो कुरी को बसा सकता है, वो अपनी पत्नी को रख सकता है? बिल्कुल नहीं। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਰਮਨਦੀਪ ਸਿੰਘ ਔਲਖ। ਅੱਜ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਲੜਕੀ ਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਤੰਗ ਕੀਤਾ ਜਾ ਰਿਹਾ ਵਾ। ਕੀ ਇਹ ਮਾਮਲਾ ਤੁਹਾਨੂੰ ਦੱਸ ਦਿੰਦੇ ਹਾਂ। ਇਸ ਲੜਕੀ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀਗਾ ਤੇ ਕੀ ਹੋਇਆ ਕਿ ਇਸ ਦੇ ਘਰ ਵਾਲੇ ਨੇ ਵਿਆਹ ਦੇ ਬਾਵਜੂਦ ਵੀ ਇੱਕ ਬਾਹਰ ਜਨਾਨੀ ਰੱਖੀ ਸੀ ਤੇ ਹੁਣ ਸਾਲ ਪਹਿਲਾਂ ਉਹ ਜਿਸ ਕੁੜੀ ਨਾਲ ਬਾਹਰ ਉਹਦੇ ਰਿਲੇਸ਼ਨ ਸੀ ਤੇ ਸਾਲ ਪਹਿਲਾਂ ਉਸ ਕੁੜੀ ਨੂੰ ਉਹ ਭਜਾ ਕੇ ਲੈ ਗਿਆ ਤੇ ਇਸ ਲੜਕੀ ਨੂੰ ਮਜਬੂਰੀ ਦੇ ਵਿੱਚ ਆਪਣੇ ਪੇਕੇ ਆਉਣਾ ਪਿਆ। ਤੇ ਕੀ ਇਸ ਵਕਤ ਉਹਦੇ ਹਾਲਾਤ ਨੇ, ਦੇਖੋ। ਸਭ ਤੋਂ ਵੱਡੀ ਗੱਲ ਹੈ ਕਿ ਇਹ ਛੋਟੀ ਜਿਹੀ ਬੱਚੀ ਹੈ, 1 ਸਾਲ ਦੀ ਬੱਚੀ ਹੈ। ਕਿਸ ਤਰ੍ਹਾਂ ਉਹ ਫੈਕਟਰੀ ਦੇ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੀ ਹੈ। ਗੱਲਬਾਤ ਕਰ ਲੈਣੇ ਇਸ ਬੱਚੀ ਦੇ ਨਾਲ। ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਤੁਹਾਡਾ ਜੀ? ਸਪਨਾ। ਸਪਨਾ, ਕੀ ਮਾਮਲਾ ਸਹੀ ਤਰ੍ਹਾਂ ਦੱਸੋ, ਪੂਰੇ ਵਿਸਤਾਰ ਦੇ ਨਾਲ ਦੱਸੋ। ਜਾਣ ਤੋਂ ਪਹਿਲਾਂ ਮੈਨੂੰ ਆ ਕਹਿ ਕੇ ਗਿਆ ਸੀ ਮੇਰੇ ਨਾਲ 3 ਸਾਲ ਤੋਂ ਰਿਲੇਸ਼ਨਸ਼ਿਪ 'ਚ ਹੈਗਾ, ਉਹਦੇ ਨਾਲ ਪਿਆਰ ਕਰਦਾ ਤੇ ਉਹਦੇ ਨਾਲ ਹੀ ਰਹਿਣਾ ਚਾਹੁੰਦਾ, ਤੂੰ ਮੈਨੂੰ ਡਿਵੋਰਸ ਦੇ ਦੇ। ਇੰਨੀ ਗੱਲ ਕਹਿ ਕੇ ਮੈਨੂੰ ਗਿਆ ਤੇ ਮੈਂ ਸਰਪੰਚ ਨੂੰ ਜਾ ਕੇ ਕਿਹਾ ਕਿ ਇੱਦਾਂ ਬੋਲਿਆ ਤੇ ਸਰਪੰਚ ਨੇ ਜਾ ਕੇ ਫੋਨ ਵੀ ਕੀਤਾ ਸੀ ਕਿ ਅਗਲੇ ਦਿਨ ਉਹ ਭੱਜ ਗਿਆ ਜਾ ਕੇ ਕੁੜੀ ਨੂੰ ਲੈ ਕੇ। ਇਹ ਕਿੰਨਾ ਕੁ ਸਮਾਂ ਹੋ ਗਿਆ ਵਾ ਇਸ ਗੱਲ ਨੂੰ? 1 ਸਾਲ ਹੋ ਗਿਆ? 1 ਸਾਲ ਤਕਰੀਬਨ ਤੁਹਾਨੂੰ ਆਪਣੇ ਮਾਪਿਓ ਦੇ ਘਰੇ ਰਹਿੰਦੇ ਨੂੰ ਹੋ ਗਿਆ? 1 ਸਾਲ ਪਹਿਲੇ ਦੀ ਗੱਲ ਇਹ? ਨਹੀਂ, ਆ ਤਾਂ ਹੁਣ ਦੀ ਗੱਲ ਹੈ ਜਦੋਂ ਆ ਭੱਜਿਆ ਤੇ ਰਹਿੰਦੇ ਹੋਏ ਤਾਂ ਮੈਨੂੰ 1 ਸਾਲ ਹੋ ਗਿਆ। ਮਾਂ ਦੇ 1 ਸਾਲ ਤੁਹਾਨੂੰ ਆਪਣੇ ਮਾਪਿਓ ਦੇ ਘਰੇ ਹੋ ਗਿਆ ਵਾ। ਤੇ ਇਹ ਦੱਸੋ ਕੁੜੀ ਨੂੰ ਕਦੋਂ ਲੈ ਕੇ ਉਹ ਭੱਜਿਆ ਵਾ? 20 ਤਰੀਕ ਨੂੰ ਲੈ ਕੇ ਭੱਜਿਆ। ਅੱਛਾ, ਹਾਂਜੀ। ਯਾਨੀ ਕਿ 20 ਜਾਂ 26 ਨੂੰ ਲੈ ਕੇ ਭੱਜਿਆ ਵਾ। ਤੇ ਤੁਹਾਨੂੰ 1 ਸਾਲ ਪਹਿਲਾਂ ਮਾਪਿਓ ਦੇ ਘਰੇ ਆਉਣ ਦੀ ਕੀ ਲੋੜ ਪੈ ਗਈ? ਉਹਨੇ ਮਾਰ ਕੁੱਟ ਕੇ ਮੈਨੂੰ ਭੇਜਿਆ ਸੀ, ਕਹਿੰਦੇ ਮੈਂ ਰੱਖਣੀ ਨਹੀਂ, ਤੂੰ ਘਰੇ ਜਾ। ਮੈਨੂੰ ਦਹੇਜ ਦੀ ਮੰਗ ਕਰਦੇ ਸੀ ਕਿ ਤੂੰ ਮੈਨੂੰ ਦਹੇਜ ਲੈ ਕੇ ਆ ਤਾਂ ਮੈਂ ਰੱਖੂੰਗਾ, ਨਹੀਂ ਤਾਂ ਨਹੀਂ ਰੱਖਣੀ। ਕੀ ਮੰਗਦਾ ਸੀ ਦਹੇਜ ਵਿੱਚ? ਕੀ ਪੈਸਾ ਮੰਗਦਾ ਸੀ, ਗੱਡੀ ਮੰਗਦਾ ਸੀ, ਕੀ ਮੰਗਦਾ? ਮੋਟਰਸਾਈਕਲ ਮੰਗਦਾ, ਕੀ ਮੰਗਦਾ ਸੀ? ਉਹ ਸਾਰਾ ਦਹੇਜ ਦਾ ਘਰ ਦਾ ਸਮਾਨ ਮੰਗਦਾ ਸੀ ਕਿ ਮੈਨੂੰ ਘਰ ਦਾ ਸਮਾਨ ਚਾਹੀਦਾ, ਗਾੜੀ ਚਾਹੀਦੀ ਆ ਤੇ ਮੈਨੂੰ ਪੈਸੇ ਚਾਹੀਦੇ ਆ। ਤੇ ਇਸ ਤਰ੍ਹਾਂ ਰੋਜ਼ ਹੀ ਕੁੱਟਮਾਰ ਕਰਦਾ ਸੀਗਾ? ਹਾਂਜੀ, ਰੋਜ਼ ਹੀ ਕੁੱਟਮਾਰ ਕਰਦਾ ਸੀ। ਪ੍ਰੈਗਨੈਂਸੀ 'ਚ ਵੀ ਮੇਰੇ ਨਾਲ ਕੁੱਟਮਾਰ ਕੀਤੀ ਇਹਨੇ ਤੇ ਮੈਂ ਜਾ ਕੇ ਉੱਥੇ ਰਿਪੋਰਟ ਵੀ ਕਰਾ ਕੇ ਆਈ ਸੀ, ਉੱਥੇ ਕੋਈ ਸੁਣਵਾਈ ਨਹੀਂ ਹੋਈ। ਤੇ ਤਕਰੀਬਨ 1 ਸਾਲ ਤੋਂ ਤੁਹਾਨੂੰ ਕੁੱਟਮਾਰ ਕਰ ਰਿਹਾ ਵਾ ਉਹ, ਠੀਕ ਹੈ। ਤੁਸੀਂ ਇਸ ਚੀਜ਼ ਦੀ ਕਦੀ ਕਿਸੇ ਨੂੰ ਥਾਣੇ ਕੋਈ ਕੰਪਲੇਂਟ ਨਹੀਂ ਕੀਤੀ ਹੈਗੀ ਵੀ ਮੇਰੇ ਕੋਲ ਦਹੇਜ ਮੰਗ ਰਿਹਾ ਵਾ, ਵੀ ਮੈਨੂੰ 1 ਸਾਲ ਤੋਂ ਪਰੇਸ਼ਾਨ ਕਰ ਰਿਹਾ ਵਾ? ਵੂਮਨ ਸੈਲ 'ਚ ਕੀਤਾ ਸੀ ਕੇਸ ਤੇ ਬਾਕੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਹਾਂਜੀ। ਤੇ ਹੁਣ ਤੁਸੀਂ ਆਪਣਾ ਗੁਜ਼ਾਰਾ ਕਿਸ ਤਰ੍ਹਾਂ ਕਰ ਰਹੇ ਹੋ? ਫੈਕਟਰੀ ਵਿੱਚ ਕੰਮ ਕਰਦੇ ਪਏ ਹੋ? ਹਾਂਜੀ, ਫੈਕਟਰੀ ਵਿੱਚ ਕੰਮ ਕਰਦੀ ਪਈ ਹਾਂ, ਉਹਦੇ ਨਾਲ ਹੀ ਗੁਜ਼ਾਰਾ ਹੋ ਰਿਹਾ ਮੇਰਾ। ਤੇ 1 ਸਾਲ ਦੀ ਬੱਚੀ ਆ, ਠੀਕ ਹੈ। ਇਹ ਗੁੜੀਆ ਦੀ 1 ਸਾਲ ਦੀ ਏਜ ਹੈਗੀ ਆ? 1 ਸਾਲ ਦੀ ਆ। 1 ਸਾਲ ਦੀ ਆ। 1 ਸਾਲ ਦੀ ਗੁੜੀਆ ਹੈਗੀ। ਜਦੋਂ ਤੁਸੀਂ ਪ੍ਰੈਗਨੈਂਟ ਸੀਗੇ ਉਸ ਟਾਈਮ ਦੇ ਹੀ ਆਪਣੇ ਮਾਪੇ ਦੇ ਘਰੇ ਰਹਿ ਰਹੇ ਹੋ? ਨਹੀਂ, ਪ੍ਰੈਗਨੈਂਸੀ 'ਚ ਮੈਂ ਉੱਥੇ ਹੀ ਸੀਗੀ, ਪਰ ਮੇਰੀ ਮੰਮੀ ਫਲ ਫਰੂਟ ਦੇ ਕੇ ਆਉਂਦੀ ਸੀ, ਉਹਨਾਂ ਨੇ ਮੈਨੂੰ ਕੁਝ ਖਾਣ ਪੀਣ ਨੂੰ ਨਹੀਂ ਦਿੱਤਾ ਤੇ ਮੇਰੀ ਮੰਮੀ ਇੱਥੋਂ ਲੈ ਕੇ ਜਾਂਦੀ ਸੀ ਸਮਾਨ ਵਗੈਰਾ ਤੇ ਉਹਨਾਂ ਨੂੰ ਮੈਨੂੰ ਦੇ ਕੇ ਆਉਂਦੀ ਸੀ। ਫਿਰ ਵੀ ਉਹ ਕਹਿੰਦੇ ਤੇਰੀ ਮਾਂ ਇੱਥੇ ਕਿਉਂ ਆਉਂਦੀ ਆ। ਥਾਣੇ ਵਾਲੇ ਨੇ ਮੈਨੂੰ ਆਪ ਧਮਕੀ ਦਿੱਤੀ ਸੀ ਕਿ ਤੁਸੀਂ ਜ਼ਿਆਦਾ ਬੋਲੋ ਨਾ, ਕਿ ਤੁਹਾਨੂੰ ਕੀ ਨਹੀਂ ਦਿੰਦਾ ਖਾਣ ਨੂੰ, ਸਭ ਕੁਝ ਤਾਂ ਦਿੰਦਾ। ਫਿਰ ਉਹਨਾਂ ਨੇ ਆ ਕਹਿਤਾ ਸੀ ਕਿ ਕੋਈ ਨਾ, ਉਹਨਾਂ ਨੇ ਉਸ ਵਕਤ 3 ਫਰੂਟ ਮੰਗਾਤੇ, ਫਿਰ ਕਹਿੰਦੇ ਚਲੋ ਕੋਈ ਨਾ ਰਹਿ ਲੂਗੇ। ਫਿਰ ਉਹਨਾਂ ਨੇ ਪੁਲਿਸ ਵਾਲੇ ਨੇ ਮੈਨੂੰ ਪ੍ਰੈਗਨੈਂਸੀ 'ਚ ਵੀ ਧਮਕੀ ਦਿੱਤੀ ਸੀ ਕਿ ਤੂੰ ਪ੍ਰੈਗਨੈਂਟ ਆ, ਨਹੀਂ ਤਾਂ ਮੈਂ ਤੇਰੇ 3-4 ਚਪੇੜ ਮਾਰ ਕੇ ਠੀਕ ਕਰ ਦਿੰਦੀ ਤੈਨੂੰ। ਕਿਉਂ ਇਸ ਤਰ੍ਹਾਂ ਕਿਉਂ ਕਿਹਾ? ਉਹ ਮੇਰੇ ਘਰ ਵਾਲਾ ਗਿਆ ਸੀ ਨਾਲ, ਉਹ ਕਹਿੰਦਾ ਕਿ ਤੈਨੂੰ ਰਿਪੋਰਟ ਕਰਾ ਕੇ, ਉਹਨੇ ਰਿਪੋਰਟ ਕਰਾਈ ਸੀ। ਹਾਂਜੀ। ਤੇ ਇਹ ਦੱਸੋ ਕਿ ਹੁਣ ਤੁਸੀਂ ਇਹ ਜਿਹੜੀ ਉਹ ਲੜਕੀ ਹੈਗੀ ਆ ਉਹ ਕਿੱਥੋਂ ਦੀ ਹੈਗੀ? ਜਿਸ ਲੜਕੀ ਨੂੰ ਹੁਣ ਉਹ ਭਜਾ ਕੇ ਲੈ ਕੇ ਗਿਆ ਵਾ ਉਹ ਕਿੱਥੋਂ ਦੀ ਹੈਗੀ? ਉਹ ਆਲਮਗੀਰ ਦੀ ਹੈਗੀ, ਉਹਦੇ ਪਿੰਡ ਦੀ ਆ। ਅੱਛਾ, ਪਿੰਡ ਦੀ ਆ। ਹਾਂਜੀ। ਘਰ ਦੇ ਨੇੜੇ ਤੇੜੇ ਰਹਿੰਦੀ ਆ? ਹਾਂਜੀ, ਨੇੜੇ ਤੇੜੇ ਰਹਿੰਦੀ ਆ। ਤੇ ਤੁਹਾਨੂੰ ਜਦੋਂ ਘਰ ਦੇ ਨੇੜੇ ਤੇ ਕੋਈ ਰਾਤ ਨੂੰ ਕਦੇ ਤੁਹਾਨੂੰ ਕਦੇ ਸ਼ੱਕ ਨਹੀਂ ਪਿਆ ਜਾਂ ਕਦੇ ਉਹਨੂੰ ਕਦੇ ਫੋਨ ਤੇ ਗੱਲ ਕਰਦੇ ਦੇਖਿਆ ਹੋਵੇ
ਤੁਹਾਨੂੰ ਕਦੇ ਵੀ ਨਹੀਂ ਸ਼ੱਕ ਪਿਆ ਸੀ ਕਿ ਵੀ ਇਹ ਬਾਹਰ ਇਹਦਾ ਕਿਸੇ ਨਾਲ ਰਿਲੇਸ਼ਨ ਹੈਗਾ ਵਾ ਜਾਂ ਕੋਈ ਮੈਸੇਜ ਵਗੈਰਾ ਦੇਖਿਆ ਹੋਵੇ ਉਹਦਾ? ਨਹੀਂ, ਇੱਕ ਵਾਰੀ ਦੇਖਿਆ ਸੀ ਮੈਸੇਜ, ਫਿਰ ਉਸ ਤੋਂ ਬਾਅਦ ਆਇਆ ਨਹੀਂ। ਫਿਰ ਉਸ ਤੋਂ ਬਾਅਦ ਮੈਨੂੰ ਫੋਨ ਦਿੰਦਾ ਨਹੀਂ, ਤੇ ਮੈਨੂੰ ਇੱਕ ਵਾਰੀ ਫੋਨ ਵੀ ਕਹਿੰਦਾ ਮੈਂ ਵੇਚਤਾ, ਬਾਹਰ ਗੱਲ ਕਰਦਾ ਸੀ। ਮੈਨੂੰ ਨਹੀਂ ਪਤਾ ਕਿ ਇਹਨੇ ਫੋਨ ਵੇਚਿਆ ਕਿ ਨਹੀਂ। ਕੰਮ ਕੀ ਕਰਦਾ ਉਹ ਦੁਕਾਨ ਤੇ ਲੱਗਿਆ ਸੀ, ਰਾਸ਼ਨ ਦੀ ਦੁਕਾਨ ਤੇ। ਰਾਸ਼ਨ ਦੀ ਦੁਕਾਨ ਤੇ ਹਾਂਜੀ, ਲੱਗਾ ਵਾ ਹਾਂਜੀ। ਤੇ ਰਾਸ਼ਨ ਵਗੈਰਾ ਘਰੇ ਪਹੁੰਚਦਾ ਸੀਗਾ? ਹਾਂਜੀ, ਘਰੇ ਤਾਂ ਲਿਆਂਦਾ ਸੀ ਰਾਸ਼ਨ। ਤੇ ਮੈਨੂੰ 1 ਰੁਪਿਆ ਨਹੀਂ ਦਿੰਦੇ ਸੀ ਜਦੋਂ ਮੈਂ ਪ੍ਰੈਗਨੈਂਸੀ ਸੀ, ਤੇ ਉਦੋਂ ਵੀ ਮੈਨੂੰ ਖਾਣ ਪੀਣ ਨੂੰ ਨਹੀਂ ਦਿੱਤਾ। ਖਾਣ ਪੀਣ ਨੂੰ ਨਹੀਂ, ਮੈਂ 1000 ਰੁਪਿਆ ਮੰਗਿਆ ਸੀ ਉਹ ਤੋਂ। ਸਰਪੰਚ ਤੇ ਗੱਲਬਾਤ ਹੋਈ ਸੀ ਤੇ 1000 ਰੁਪਏ ਦੀ ਮੰਗ ਕੀਤੀ ਸੀ, ਫਿਰ ਉਹਨੇ 1000 ਰੁਪਇਆ ਵੀ ਨਹੀਂ ਦਿੱਤਾ ਉਸ ਤੋਂ ਬਾਅਦ। ਤੁਹਾਡੇ ਸਹੁਰੇ ਪਰਿਵਾਰ ਦੀ ਗੱਲ ਕਰ ਲਈਏ, ਤੁਹਾਡੇ ਸਹੁਰੇ ਦਾ ਸੁਭਾਅ ਕਿਸ ਤਰ੍ਹਾਂ ਵਾ, ਤੁਹਾਡੀ ਸੱਸ ਦਾ ਸੁਭਾਅ ਕਿਸ ਤਰ੍ਹਾਂ? ਉਹ ਤੁਹਾਡਾ ਸਾਥ ਦੇ ਰਹੇ ਨੇ ਕਿ ਉਹ ਵੀ ਬਿਲਕੁਲ ਹੀ ਉਹ ਨਹੀਂ ਦਿੰਦੇ ਮੇਰਾ ਸਾਥ, ਤੇ ਉਹ ਤਾਂ ਮੇਰਾ ਸਹੁਰਾ ਰੋਜ਼ ਪੀ ਕੇ ਮੈਨੂੰ ਗਾਲਾਂ ਕੱਢਦਾ ਸੀ। ਕਿਉਂ? ਰੀਜ਼ਨ ਕੀ, ਕਿਉਂ ਗਾਲਾਂ ਕੱਢਦਾ ਸੀਗਾ? ਉਹੀ ਕੱਢਦਾ ਸੀ ਕਿ ਤੂੰ ਆਪਣੀ ਮਾਂ ਦੇ ਕੋਲ ਮੰਮੀ ਨਾਲ ਫੋਨ ਤੇ ਗੱਲ ਕਰਦੀ ਸੀ, ਕਹਿੰਦੇ ਤੂੰ ਪੂਰੀ ਰਾਤ ਮੰਮੀ ਨਾਲ ਗੱਲ ਕਰਦੀ ਰਹਿੰਦੀ ਆ, ਇਹ ਕਦੇ ਤਾਂ ਕੰਮ ਕਰ ਲਿਆ ਕਰ। ਮੈਂ ਜਿੰਨਾ ਵੀ ਕੰਮ ਕਰਦੀ ਸੀ ਉਨਾ ਹੀ ਬੋਲਦੇ ਸੀ ਕਿ ਤੂੰ ਕੰਮ ਨਹੀਂ ਕਰਦੀ, ਫਲਾਣਾ ਨਹੀਂ ਕਰਦੀ। ਹਾਂ, ਬਹੁਤ ਬੋਲਦੇ ਸੀ, ਜਦੋਂ ਪੀ ਕੇ ਰੋਜ਼ ਪੀ ਕੇ ਬੋਲਦਾ ਸੀ। ਤੇ ਸੱਸ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ? ਸੱਸ ਦਾ ਵੀ ਇਦਾਂ ਦਾ ਹੀ ਸੀ, ਉਹ ਵੀ ਮੇਰੇ ਬਖਸ਼ ਨਹੀਂ ਸੀ, ਆਪਣੇ ਮੁੰਡੇ ਬਖਸ਼ ਸੀ। ਹੁਣ ਗੱਲਬਾਤ ਕਰ ਲੈਂਦੇ ਆਪਾਂ, ਜਿਹੜੀ ਲੜਕੀ ਦੀ ਮਾਂ ਵਾ ਉਹਨੇ ਗੱਲਬਾਤ ਕਰਦੇ ਨੇ। ਹਾਂਜੀ, ਕੀ ਹੈ ਸਾਰਾ पूरा मामला जरा दसो सानू। मामला तो कुछ भी नहीं है, मामला तो बहुत कुछ हुआ है। जब बेटी पैदा हुई थी, जब तक खर्चा हमें उठा रहे हैं बस, बाकी खर्चा पानी जो भी था हमने दिया था। खून नहीं था इसके, तो दवाई इलाज के लिए हमने भी पैसा खर्चा किया था। खाने पीने के सरपंच उसका हरामी है। सरपंच ने कागज यहाँ तक ले जाता है, 2 बुलाए वो सरपंच माँ हाथ खड़े कर देता है। खाने के लिए लड़की को कुछ नहीं दिया, दवाई भी हमने कराई थी, और वो खाने पीने के लिए भी हमने, मान लो जैसे हम पे है जाता 1000-2000 का अपना सामान यहाँ तक पहुँचाते रहते थे। उसके सौरा कहता था कि यहाँ उसकी माँ आनी नहीं चाहिए, फिर भी हम बेशर्मी थे, चले जाते थे अपनी बेटी के कारण चले जाते थे। पर वो हमें आने के लिए बहुत कोशिश करते कि नहीं आवे जहाँ पे। मेरी बेटी को मारने के लिए बहुत सोचा था कि इसे मार दे, पर हम लोग अपने साथा बहुत करते रहे, जो हम पे आता था हमने खूब पैसा लगाया इसके ऊपर। आपकी लड़की को मारा पीटा भी कई बार? मारा पीटा भी है। अब मारे उसको धोखे से बुला लेते हैं और कहते हैं कि मतलब काम नहीं करती है। मेरे पास फ़ोन आता था कि तुम्हारी बेटी काम नहीं करती है। मैं अपनी लड़की को पूछती, मैंने कहा बेटा क्या बात है, क्यों काम नहीं करती है? तो मम्मी ये झूठ बोलते हैं, मेरे को मार पीट के, और काम कर रही हूँ फिर भी मेरे को सारे, जो हमारा बड़ा जमाई है वो ज़्यादा हाथ चलाता है। तो सार ने घर ने मिल के, सास ने, सौरे ने और घरवाले ने, तो जेठ ने, इन्हें मिल के मेरी लड़की सिर फाड़ दिया, मारा था इसको। अच्छा, हाँ जी। ये बताइए कि ये जो जब भागी थी, वो जो भागा था लड़का, तो तब आपने किसी को कंप्लेंट की है जो लड़की को लेकर भागा था? अभी नहीं की है। दूसरी लड़की को अभी किसी को नहीं कंप्लेंट किया? नहीं। पहले भी उसका, पहले भी लड़के, जब छोटे वाले लड़के का पहले भी अफरेट था किसी साथ। ये कोई पैसे वगैरह की डिमांड करता था इसका घर वाला? अब पैसे मांगता था, दहेज मांगता था कि दहेज दो। दहेज मांगता था, लड़की को कहता था कि अगर दहेज नहीं दोगे तो अपनी लड़की अपने पास रखो। आप अभी मांग क्या करते हो? मांग अपना सारा दहेज मांगता है, पैसा मांगता है, और गाड़ी भी मांगता है मेरे से। इंसाफ चाहिए आपको? हाँ जी, बहुत कड़ी से कड़ी से मतलब सजा हुआ है सारे टब्बर को, और हमारी बेटी को इंसाफ चाहिए। आप क्या मांग करते हो? हम भी इंसाफ मांग रहे हैं कि कड़ी से कड़ी सजा हो और मुझे इंसाफ मिले, मेरी इज्जत मिले। ਹੁਣ ਆਪਾਂ ਗੱਲਬਾਤ ਕਰਦੇ ਹਾਂ ਹੋਜੀ ਰੇਲਵੇ ਦੇ ਪ੍ਰਧਾਨ, ਜਿਹੜੇ ਮਜ਼ਦੂਰ ਦੇ ਪ੍ਰਧਾਨ ਨੇ ਮਾਸਟਰ ਜੀ ਫਿਰੋਜ਼ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕੀ ਹੈ ਸਾਰਾ ਮਾਮਲਾ ਜਿਹੜਾ ਕਿ ਇਸ ਕੁੜੀ ਦੇ ਨਾਲ ਕੀ ਹੋ ਰਿਹਾ ਵਾ? एक सपना कुमारी है लड़की, उसका नाम सपना कुमारी है। उसने सूरज के साथ शादी हुआ था 3 साल पहले। 2 साल किसी तरह टॉर्चर में रही, बहुत डिप्रेशन में रही लड़की, मार कुटाई करना दहेज के लिए, और भी बहुत सारी मैटर है। 15-20 दिन पहले वो किसी और कुड़ी को लेकर के सूरज कुमार भाग गया। ये कुड़ी के पास जो कुड़ी पच गई, उसका जो है ना उसके रिश्तेदार पहुँचे कि भाई आपके साथ ऐसा किया, मेरी लड़की को लेकर भाग गया आपका पति। तो मामला वहाँ से इनको समझ में आया कि ये हमारा पति किसी का नहीं है। ये लड़की उम्मीद में थी कि आज नहीं तो कल मेरा पति मुझे बुलाएगा, लेकिन अब तो कोई सवाल ही पैदा नहीं होता कि वो बुलाए। मामला यहाँ तक चला गया कि ये लड़का जो है
गुजरात के अंदर में जो है उसको लड़की को लेकर रह रहा था, उसके रिश्तेदार लोग फिर पकड़ के लाया और आज ढिल्लो थाने के अंदर में उसको पेश किया। और जो पहले जो 1/6 को जो पर्चा हुआ था उसके आधार पे जो है ना SHO साहब ने उनको आज चालान कर दिया, पेश कर दिया। 1 ਸਾਲ ਹੋ ਗਿਆ ਵਾ, 1 ਸਾਲ ਤੋਂ ਮਾਪਿਆਂ ਦੇ ਘਰੇ ਰਹਿ ਰਹੀ ਹੈ ਕੁੜੀ। ਕੀ ਲੱਗਦਾ ਵਾ ਉਹ ਕਿ ਤੁਹਾਨੂੰ ਕੀ ਨਜ਼ਰ ਆ ਰਿਹਾ ਵਾ ਕਿ ਉਹ ਘਰ ਵਸਾਵੇਗਾ ਜਾਂ ਨਹੀਂ ਵਸਾਵੇਗਾ? तुसी एक गल दसो कि अभी हम लोग थाने आए, ढिल्लो थाने, कुरी आई, कुरी के बच्ची आई और लड़का भी आमना सामना हुआ, पर लड़का को इतना भी शर्म नहीं आया कि अपने बच्चे को तक देख सके, अपनी कुरी से दो सब बात कर सके। उन्होंने अपने बच्चे की तरफ देखा तक नहीं। उससे क्या लगता है कि वो कुरी को बसा सकता है, वो अपनी पत्नी को रख सकता है? बिल्कुल नहीं। तो मैं पंजाब सरकार से और कानून व्यवस्था से मैं यही गुजारिश करता हूँ, गुहार लगाता हूँ कि इस कुरी को इंसाफ दिया जाए और इसके ऊपर कुरी की तरफ से डोमेस्टिक वायलेंस का केस होना चाहिए। जो इनके साथ हरासमेंट किया 3 साल के अंदर में, और इसको खर्चा भी मिलना चाहिए और इसके पूरे परिवार के ऊपर पर्चा होना चाहिए। और कानून से मैं यही उम्मीद करता हूँ कि इनके जो लड़की के साथ, सपना के साथ जो हरासमेंट किया, जो उसके साथ मार पिटाई किया, चाहे वो उसका पति सूरज हो, चाहे उसका देवर हो, चाहे उसका सास सहुरे हो, कोई भी हो, जो भी इसका बयान हो सच्चाई के दायरे में छानबीन करके, इंक्वायरी करके, मैं प्रशासन से कहूँगा कि इंक्वायरी करके और सच्चाई के दायरे में इस लड़की को इंसाफ देने का काम करें। दूसरी बात यह है कि एक और इनकी बहन है, उसी घर में ब्याही हुई है उसके जेठ के साथ, उसके साथ भी वही मामला हुआ है, उसको भी नहीं रखा इन लोगों ने। तो इससे पता चलता है कि इनके परिवार के लोग ठीक नहीं है, इनका संस्कार ठीक नहीं है। मैं चाहूँगा कि इनको छानबीन कर करके इसको इंसाफ देने का काम करें। जय हिंद, जय भारत, अस्सलाम वालेकुम। ਮਾਮਲਾ ਇਹ ਹੈ ਜੀ, 26 ਤਰੀਕ ਨੂੰ ਇਹ ਲੜਕੀ ਸੀ ਸਲੀਕਾ ਜੀ। ਇਹ ਆਪਣਾ ਇਹਦੇ ਫਾਦਰ ਵੱਲੋਂ ਐਲੀਗੇਸ਼ਨ ਲਾਇਆ ਗਿਆ ਸੀਗਾ ਬਲਰਾਮ ਵੱਲੋਂ ਕਿ ਜਿਹੜਾ ਸੂਰਜ ਹੈ, ਸਲੀਕਾ ਦੀ ਉਮਰ 17.5 ਸਾਲ ਹੈ, ਕਿ ਜਿਹੜਾ ਸੂਰਜ ਹੈ ਇਹ ਮੇਰੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ। ਫਿਰ ਜਿਹੜਾ ਫਾਦਰ ਬਲਰਾਮ ਦੇ ਬਿਆਨ ਤੇ FIR ਨੰਬਰ 53 1 ਜੂਨ ਨੂੰ ਦਰਜ ਰਜਿਸਟਰ ਕੀਤੀ ਗਈ ਸੀ। ਤੇ ਅਸੀਂ ਇਹਦੀ ਫਿਰ ਤਫਤੀਸ਼ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਇਹ ਸੂਰਜ ਹੈ ਇਹ ਸਲੀਕਾ ਨੂੰ ਵਰਗਲਾ ਕੇ ਲੈ ਕੇ ਗਿਆ। ਸੂਰਜ ਇੱਥੇ ਮੈਂ ਦੱਸਣਾ ਚਾਹੁੰਦਾ, ਪਹਿਲੇ ਹੀ ਇੱਕ ਸਪਨਾ ਨਾਂ ਦੀ ਲੜਕੀ ਨਾਲ ਸ਼ਾਦੀशुदा ਸੀ, ਪਲੱਸ ਇਹਦਾ ਇੱਕ ਬੱਚਾ ਵੀ ਸੀ। ਉਸ ਦੇ ਬਾਵਜੂਦ ਵੀ ਇਹ ਸੂਰਜ ਸਲੀਕਾ ਨੂੰ ਵਰਗਲਾ ਕੇ ਅਗਵਾ ਕਰਕੇ ਲੈ ਗਿਆ। ਫਿਰ ਅਸੀਂ ਆਪਣਾ ਇਹਨਾਂ ਦੀ ਕਾਲ ਡਿਟੇਲ ਵਗੈਰਾ ਤੇ ਹੋਰ ਮੁੱਢਲੀ ਤਫਤੀਸ਼ ਕੀਤੀ ਹੈ ਕਰਕੇ ਫਿਰ ਅਸੀਂ ਇਹਨੂੰ ਸੂਰਜ ਨੂੰ ਟਰੇਸ ਕੀਤਾ ਤੇ ਸੂਰਜ ਦੀ ਆਪਾਂ ਫਿਰ ਗ੍ਰਿਫਤਾਰੀ ਪਾਈ ਹੈ ਤੇ ਸਲੀਕਾ ਵੀ ਹੈ ਉਹ ਵੀ ਬਰਾਮਦ ਕਰ ਲਈ ਹੈ ਤੇ ਸੂਰਜ ਨੂੰ ਹੁਣ ਮਾਨਯੋਗ ਅਦਾਲਤ 'ਤੇ ਪੇਸ਼ ਕੀਤਾ ਜਾ ਰਿਹਾ ਜੀ। ਤੇ ਸਰ, ਜਿਸ ਤਰ੍ਹਾਂ ਕਿ ਸੁਣਨ ਵਿੱਚ ਆਇਆ ਕਿ ਇਹਨੇ ਵਿਆਹ ਕਰਾਇਆ ਵਾ ਕਿ ਉਸ ਤਰ੍ਹਾਂ ਹੀ ਉਹਦੇ ਨਾਲ ਰਹਿ ਰਿਹਾ ਵਾ ਜਿਹੜੀ ਸੜਕਾਂ ਦੇ ਨਾਲ? ਦੇਖੋ ਜੀ, ਉਹ ਤਾਂ ਤਫਤੀਸ਼ ਦਾ ਹਿੱਸਾ ਹੈ। ਪਹਿਲੇ ਲੜਕੀ ਨਾਬਾਲਗ ਹੈ, ਵਿਆਹ ਇਹਨਾਂ ਦਾ ਵੈਸੇ ਵੀ ਨਹੀਂ ਹੋ ਸਕਦਾ, ਠੀਕ ਹੈ। ਇਹ ਤਫਤੀਸ਼ ਦਾ ਹਿੱਸਾ ਹੈ ਕਿ ਇਹਨਾਂ ਨੇ ਕਿਧਰੇ ਕੋਈ ਮੰਦਿਰ 'ਚ ਗਏ ਹੈ, ਵਿਆਹ ਕਰਾਇਆ ਨਹੀਂ ਕਰਾਇਆ, ਉਹ ਸਾਰਾ ਆਪਾਂ ਤਫਤੀਸ਼ ਦੌਰਾਨ ਬਚਾਂਗੇ। ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕੀਤੀ, ਤੁਸੀਂ ਸਾਰਾ ਮਾਮਲਾ ਸੁਣ ਲਿੱਤਾ ਹੈਗਾ ਕਿ 3 ਸਾਲ ਤੋਂ ਜਿਹੜਾ ਸੂਰਜ ਨਾਮ ਦਾ ਲੜਕਾ ਆਪਣੀ ਘਰਵਾਲੀ ਨੂੰ ਪਰੇਸ਼ਾਨ ਕਰਦਾ ਸੀ। 1 ਸਾਲ ਤੋਂ ਜਿਹੜੀ ਉਹ ਕੁੜੀ ਆਪਣੇ ਘਰੇ ਰਹੀ ਸੀ। ਬਾਕੀ ਆਪਾਂ ਗੱਲਬਾਤ ਕੀਤੀ ਜਿਹੜੇ ਡੇਲੋ ਥਾਣੇ ਦੇ ਮੌਜੂਦਾ SHO ਉਹਨਾਂ ਨੇ ਵੀ ਕਿਹਾ ਵਾ ਕਿ ਮੁੰਡਾ ਜਿਹੜਾ ਕਿ ਅਸੀਂ ਅਰੈਸਟ ਕਰ ਲਿੱਤਾ ਵਾ, ਜਿਹੜੀ ਵੀ ਬਣਦੀ ਕਾਰਵਾਈ ਆ ਉਸ 'ਤੇ ਕੀਤੀ ਜਾਵੇਗੀ। ਬਾਕੀ ਤੁਹਾਨੂੰ ਇਸ ਤਰ੍ਹਾਂ ਦੀ ਅਪਡੇਟ ਤੁਹਾਨੂੰ ਹੋਰ ਵੀ ਦਿੰਦੇ ਰਹਾਂਗੇ। ਵੇਖਦੇ ਰਹੋ ਲੁਧਿਆਣਾ ਲਾਈਵ।